ਰਾਮ ਰਹੀਮ ਦਾ ਆਪਣੇ ਵਿਰੋਧੀਆਂ ਨੂੰ ਚੈਲੰਜ, ਬਿਨਾਂ ਨਾਮ ਲਏ ਬੋਲਿਆ, ਮੇਰਾ ਵਿਰੋਧ ਕਰਨ ਦੀ ਥਾਂ ਪਹਿਲਾਂ ਆਪਣੇ ਧਰਮ ਵਾਲਿਆਂ ਦਾ ਹੀ ਛੁਡਾ ਲਓ ਨਸ਼ਾ, ਤੁਹਾਡੇ ਵੀ ਬਣ ਜਾਣਗੇ ਨੰਬਰ। ਪਿੰਡਰਾਂਵਾਲੇ ਤੇ 39 ਸਾਲ ਬਾਅਦ ਵੱਡਾ ਖੁਲਾਸਾ, ਜਨਰਲ ਸ਼ਬੇਗ ਸਿੰਘ ਦੇ ਭਰਾ ਨੇ ਨਿਊਜ਼ 18 ਤੇ ਕੀਤਾ ਦਾਅਵਾ, ਕਿਹਾ ਪਿੰਡਰਾਂਵਾਲੇ ਛੱਡਣਾ ਚਾਹੁੰਦੇ ਸੀ ਅਕਾਲ ਤਖਤ, ਪਿੰਡਰਾਂਵਾਲੇ ਨਹੀਂ ਚਾਹੁੰਦੇ ਸੀ ਕਿ ਅਕਾਲ ਤਖਤ ਸਾਹਿਬ ਤੇ ਹੋਏ ਹਮਲਾ। ਫਰੀਦਕੋਟ 'ਚ ਬਾਈਬਲ ਕਲਾਂ ਇਨਸਾਫ ਮੋਰਚੇ ਦਾ ਅੱਜ ਵੱਡਾ ਪ੍ਰਦਰਸ਼ਨ, ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਕਰਨਗੇ ਜਾਮ, ਦੁਪਹਿਰ 12 ਵਜੇ ਹਾਈਵੇ ਤੇ ਦੇਣਗੇ ਧਰਨਾ। ਚੰਡੀਗੜ੍ਹ ਮੋਹਾਲੀ ਬਾਰਡਰ ਤੇ ਕੌਮੀ ਇਨਸਾਫ ਮੋਰਚੇ ਦੇ ਪ੍ਰਦਰਸ਼ਨ ਨੂੰ 1 ਮਹੀਨਾ ਪੂਰਾ, ਬੰਦੀ ਸਿੱਖਾਂ ਦੀ ਰਿਹਾਈ ਤੇ ਬੇਅਦਬੀ ਮਾਮਲੇ 'ਚ ਮੰਗ ਰਹੇ ਇਨਸਾਫ, ਹਾਲੇ ਤੱਕ ਸਰਕਾਰ ਨਾਲ ਨਹੀਂ ਹੋਈ ਕੋਈ ਗੱਲਬਾਤ। ਪੰਜਾਬ 'ਚ ਅੱਜ ਤੋਂ ਸਿੱਧੇ ਮਾਈਨਿੰਗ ਸਾਈਟ ਤੋਂ ਮਿਲੇਗੀ ਸਸਤੀ ਰੇਤ, 5.5 ਰੁਪਏ ਪ੍ਰਤੀ ਕਿਊਬਿਕ ਫੁੱਟ ਤੇ ਮਿਲੇਗਾ ਰੇਤਾ, ਸੀਐਮ ਮਾਨ ਲੁਧਿਆਣਾ ਤੋਂ ਕਰਨਗੇ ਸ਼ੁਰੂਆਤ। ਲੀਬੀਆ 'ਚ ਫਸੇ ਪੰਜਾਬ ਦੇ ਨੌਜਵਾਨ ਵੀਡੀਓ ਜਾਰੀ ਕਰਕੇ ਸਰਕਾਰ ਤੋਂ ਲਗਾਈ ਗੁਹਾਰ, ਮੰਤਰੀ ਹਰਜੋਤ ਬੈਂਸ ਨੇ ਵਿਦੇਸ਼ ਮੰਤਰੀ ਤੋਂ ਦਖਲ ਦੀ ਕੀਤੀ ਮੰਗ। ਅੰਮ੍ਰਿਤਸਰ ਪੁਲਿਸ ਨੂੰ ਭਾਜੜਾਂ ਪਵਾਉਣ ਵਾਲਾ ਈ-ਰਿਕਸ਼ਾ ਚਾਲਕ ਗ੍ਰਿਫਤਾਰ, ਲਾਰੈਂਸ ਰੋਡ ਤੇ ਇੱਕ ਤੋਂ ਬਾਅਦ ਇੱਕ 4 ਗੱਡੀਆਂ ਨੂੰ ਮਾਰੀ ਸੀ ਟੱਕਰ, ਪੁਲਿਸ ਨੂੰ ਚਕਮਾ ਦੇ ਕੇ ਹੋਇਆ ਸੀ ਫਰਾਰ। ਅਗਨੀਵੀਰ ਦੀ ਭਰਤੀ ਪ੍ਰਕਿਰਿਆ 'ਚ ਵੱਡਾ ਬਦਲਾਅ, ਸਰੀਰਕ ਟੈਸਟ ਤੋਂ ਪਹਿਲਾਂ ਹੋਏਗੀ ਆਨਲਾਈਨ ਲਿਖਤੀ ਪ੍ਰੀਖਿਆ ਕਲੀਅਰ ਕਰਨ ਤੇ ਹੋਏਗਾ ਫਿਜ਼ੀਕਲ ਟੈਸਟ। ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਤੇ FIR, ਸ਼ਰਾਬ ਦੇ ਨਸ਼ੇ 'ਚ ਪਤਨੀ ਨਾਲ ਕੁੱਟਮਾਰ ਕਰਨ ਦਾ ਇਲਜ਼ਾਮ, ਪਤਨੀ ਦੇ ਸਿਰ ਤੇ ਕੁਕਿੰਗ ਪੈਨ ਮਾਰ ਕੇ ਕੀਤਾ ਸੀ ਜ਼ਖਮੀ। सत श्री अकाल, मैं अर्शदीप संधू, न्यूज़ 18 पंजाब देख रहे दर्शकों का स्वागत है। शुरुआत करते हैं राम रहीम दे चैलेंज तो। राम रहीम ने अपने विरोधियों को चैलेंज किया है, किसी का नाम नहीं लिया, बिना नाम लए अपने विरोधियों ते निशाना साधिया है ते कहा है कि पहला अपने धर्म वालियां दा नशा छुड़ा लो, नशा छुड़ाउण नाल तुहाडे नंबर बन जाणगे। कहा कि साडा चैलेंज है, खुले मैदान च आ जाओ, एक बार समाज नूं तां सुधार लो। दस दईए कि राम रहीम इस वेले पैरोल ते बाहर आया होया है ते SGPC दे वल्लों उसदी पैरोल दा विरोध भी कीता जा रहा है। पंजाब दे कई सियासी पार्टियां भी राम रहीम दी पैरोल दा विरोध कर रही ने। इस दे नाल ही राम रहीम ने यह भी दावा कर दिता है कि उसने 6 करोड़ डेरा प्रेमियों का नशा छुड़वाया, जिन्हां चों 65-70% नौजवान ने। राम रहीम ने अपने विरोधियों ते निशाना साधिया है। राम रहीम इस वेले पैरोल ते बाहर है ਤੇ ਆਪਣੇ ਵਿਰੋਧੀਆਂ ਦੇ ਨਿਸ਼ਾਨਾ ਸਾਧਿਆ ਹੈ ਤੇ ਕਿਹਾ ਹੈ ਕਿ ਪਹਿਲਾਂ ਆਪਣੇ ਧਰਮ ਵਾਲਿਆਂ ਦਾ ਹੀ ਨਸ਼ਾ ਛੁਡਾ ਲਓ, ਨਸ਼ਾ ਛੁਡਾਉਣ ਨਾਲ ਤੁਹਾਡੇ ਨੰਬਰ ਬਣ ਜਾਣਗੇ, ਖੁੱਲੇ ਮੈਦਾਨ 'ਚ ਆ ਜਾਓ। ਚੈਲੰਜ ਕਰ ਰਿਹਾ ਹੈ ਰਾਮ ਰਹੀਮ ਆਪਣੇ ਵਿਰੋਧੀਆਂ ਨੂੰ, ਹਾਲਾਂਕਿ ਕਿਸੇ ਦਾ ਨਾਮ ਨਹੀਂ ਲਿਆ, ਲੇਕਿਨ SGPC ਦੇ ਵੱਲੋਂ, ਸਿੱਖ ਜਥੇਬੰਦੀਆਂ ਦੇ ਵੱਲੋਂ, ਕਈ ਸਿਆਸੀ ਧਿਰਾਂ ਦੇ ਵੱਲੋਂ ਉਸ ਨੂੰ ਪੈਰੋਲ ਦੇਣ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ। ਰਾਮ ਰਹੀਮ ਕਹਿ ਰਿਹਾ ਕਿ ਇੱਕ ਵਾਰ ਸਮਾਜ ਨੂੰ ਤਾਂ ਸੁਧਾਰ ਲਓ, ਹਾਲਾਂਕਿ ਜ਼ਿਕਰਯੋਗ ਹੈ ਕਿ ਰਾਮ ਰਹੀਮ ਸਮਾਜ ਸੁਧਾਰਨ ਦੀ ਗੱਲ ਕਰ ਰਿਹਾ ਤੇ ਇਸ ਵੇਲੇ कतल ते बलात्कार दे केस च सजा भुगत रहा है। दावा राम रहीम ने किया है कि उसने 6 करोड़ डेरा प्रेमियों का नशा छुड़वाया है, जिन्हां चों 65 तो 70% नौजवान ने ते अपने विरोधियों को चैलेंज कर रहा है कि नशा छुड़वाओ, अपने धर्म वालियां दा नशा ही छुड़ा लो, इस नाल तुहाडे नंबर बन जाणगे। धर्म के लोग, हे सज्जनों, चलो आपको लगता है आपका धर्म सही है, हम कहते सारे ही सही हैं, पर जिसको जो भी धर्म है वो अपने धर्म वालों को तो कम से कम नशा छुड़ा दो। चलो दूसरों का नहीं छुड़ाना, इतने में ही काम हो जाएगा, क्योंकि सारे धर्मों के नुमाइंदे सारे लग जाएं कि भाई अपना टारगेट अपने धर्म का है कि भी बच्चा नशा ना करे। चलो इतना तो कर सकते हो ना जी, उधर ध्यान ही नहीं है। कम से कम इतना काम तो कर लो सारे मिलके। यकीन मानो आप ऐसा करोगे, अगर चलो ये सोच के कर लो कि भाई अपने धर्म के बच्चे सही रहेंगे, और भी बढ़ जाएंगे आपके साथ, आपका धर्म भी बढ़ जाएगा। पर ना जी, आपने तो वो काम तो सोचना ही नहीं। बलजीत सिंह दादूवाल जुड़े ने साडे नाल, हरियाणा SGPC के साबका प्रधान ने। दादूवाल जी, स्वागत है न्यूज़ 18 पंजाब से। राम रहीम का यह बयान सामने आया है। राम रहीम इस वेले पैरोल ते बाहर है ते कह रहा है कि अपने धर्म वालियां दा नशा छुड़ा लो, इस दे नाल तुहाडे नंबर बन जाणगे।
ਚੈਲੰਜ ਕਰ ਰਿਹਾ ਹੈ ਕਿ ਖੁੱਲੇ ਮੈਦਾਨ 'ਚ ਆ ਜਾਓ, ਸਮਾਜ ਨੂੰ ਤਾਂ ਇੱਕ ਵਾਰੀ ਸੁਧਾਰ ਲਓ। ਦਾਅਵਾ ਕੀਤਾ ਹੈ ਕਿ 6 ਕਰੋੜ ਡੇਰਾ ਪ੍ਰੇਮੀਆਂ ਦਾ ਨਸ਼ਾ ਛੁਡਵਾਇਆ ਹੈ। देखो मैं एक गल कहनी चाहना कि जे कोई करैक्टर वाला आदमी कोई साधु संत ਜਾਂ ਕੋਈ ਜਿਹਦਾ ਜੀਵਨ ਠੀਕ ਉਹ ਬੰਦਾ ਕੋਈ ਸਵਾਲ ਕਰੇ ਤਾਂ ਉਹਦਾ ਜਵਾਬ ਦੇਣਾ ਬਣਦਾ ਜੀ। ਜਿਹੜਾ ਬੰਦਾ ਖੁਦ ਕਾਤਲ ਤੇ ਕੁਕਰਮੀ ਹੈ ਔਰ ਇਹ ਕੇਵਲ ਇਲਜ਼ਾਮ ਨਹੀਂ ਸਜ਼ਾ ਹੋਈ ਹੈ ਬਕਾਇਦਾ ਮਾਨਯੋਗ CBI ਕੋਰਟ ਨੇ 10-10 ਸਾਲ ਦੀ 2 ਰੇਪ ਕੇਸਾਂ ਵਿੱਚ ਸਜ਼ਾ ਕੀਤੀ ਹੈ ਤੇ ਉਮਰ ਕੈਦਾਂ ਕੀਤੀਆਂ ਨੇ ਕਤਲਾਂ ਦੇ ਵਿੱਚ। ਕੁਝ ਕੇਸ ਪੈਂਡਿੰਗ ਨੇ, ਸੈਂਕੜੇ ਪੈਰੋਕਾਰਾਂ ਨੂੰ ਨਪੁੰਸਕ ਕਰਨ ਦਾ ਕੇਸ ਪੈਂਡਿੰਗ ਹੈ। ਫਿਰ ਬਰਗਾੜੀ ਬੇਅਦਬੀ ਕਾਂਡ ਦੇ ਵਿੱਚ ਇਨਵੋਲਵ ਹੈ, ਮੁੱਖ ਸਾਜ਼ਿਸ਼ ਘਾੜਾ ਕੇਸ ਪੈਂਡਿੰਗ ਹੈ, ਸੁਣਵਾਈ ਅਧੀਨ ਹੈ। ਮੌੜ ਬੰਬ ਧਮਾਕਾ ਕੇਸ ਪੈਂਡਿੰਗ ਹੈ, ਕੀਮਤੀ ਜਾਨਾਂ ਗਈਆਂ ਨੇ। ਇਹੋ ਜਿਹਾ ਵਿਅਕਤੀ ਕੋਈ ਇਸ ਤਰ੍ਹਾਂ ਦੀ ਗੱਲ ਕਰੇ ਤਾਂ ਮੈਂ ਸਮਝਾਂਗਾ ਕਿ ਜਿਹੜੀ ਇੱਕ ਕਹਾਵਤ ਹੈ ਕਿ ਸ਼ੈਤਾਨ ਕੁਰਾਨ ਦੀਆਂ ਆਇਤਾਂ ਪੜ੍ਹ ਰਿਹਾ, ਉਹਦਾ ਕੋਈ ਜਵਾਬ ਦੇਣਾ ਨਹੀਂ ਬਣਦਾ। ਇਹ ਜਿਹੜਾ ਬੰਦਾ ਕਹਿ ਰਿਹਾ ਕਿ ਨਸ਼ਿਆਂ ਦੀ ਗੱਲ, ਇਹਦੇ ਖੁਦ ਡੇਰੇ ਦੇ ਵਿੱਚ ਜਦੋਂ ਐਤਵਾਰ ਦਾ ਇਕੱਠ ਹੁੰਦਾ ਸੀ ਜਾਂ ਮਹੀਨਾਵਾਰੀ ਇਕੱਠ ਹੁੰਦਾ ਸੀ ਤਾਂ ਉੱਥੇ ਜਦੋਂ ਇਹ ਬੋਲ ਰਿਹਾ ਹੁੰਦਾ ਸੀ ਤੇ ਜਿਹੜੇ ਪੈਰੋਕਾਰ ਬੈਠੇ ਹੁੰਦੇ ਸੀ ਉੱਥੇ ਨਸ਼ੇ ਦੇ ਸਮਗਲਰ ਵੀ ਆਏ ਹੁੰਦੇ ਸੀ ਤੇ ਨਸ਼ਾ ਖਰੀਦਣ ਵਾਲੇ ਵੀ ਆਏ ਹੁੰਦੇ ਸੀ। ਉਹ ਮਹੀਨੇ ਭਰ ਦਾ ਜਿਹੜਾ ਨਸ਼ਾ ਸੀ ਉੱਥੋਂ ਲੈ ਜਾਂਦੇ ਸੀਗੇ ਆ ਕੇ। ਇਹਦੇ ਡੇਰੇ 'ਚ ਤਾਂ ਨਸ਼ਾ ਤਸਕਰੀ ਹੁੰਦੀ ਰਹੀ ਹੈ। ਇਹ ਬੰਦਾ ਨਸ਼ੇ ਛਡਾਉਣ ਦੀ ਗੱਲ ਕਰਦਾ, ਇਹਦਾ ਤਾਂ ਕੋਈ ਖੁਦ ਵੀ ਜਿਹੜਾ ਹੈ ਨਾ ਤਾਂ ਇਹ ਖੁਦ ਇਹਨਾਂ ਚੀਜ਼ਾਂ ਤੋਂ ਰਹਿਤ ਹੈ ਤੇ ਨਾ ਇਸਦੇ ਪੈਰੋਕਾਰ ਕੋਈ। ਹਾਂ, ਕੋਈ ਰੱਬ ਵੱਲੋਂ ਕੋਈ ਪੈਰੋਕਾਰ ਰਹਿਤ ਹੋਣ ਤਾਂ ਕਿਹਾ ਨਹੀਂ ਜਾ ਸਕਦਾ, ਪਰ ਜੋ ਇਸ ਨੇ ਕੰਮ ਕੀਤੇ ਹੈ ਤਾਂ ਦੁਨੀਆ ਦੇ ਸਾਹਮਣੇ ਆ। ਪਤਾ ਨਹੀਂ ਕਿਉਂ ਇਸ ਨੂੰ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੀ ਥਾਂ ਦਿੱਤੀ ਜਾਂਦੀ ਹੈ ਕਿ ਰਾਮ ਰਹੀਮ ਇਹ ਗੱਲ ਕਹਿ ਰਿਹਾ। ਕੋਈ ਚੰਗਾ ਚੱਜ ਦਾ ਬੰਦਾ ਕਹਿ ਰਿਹਾ ਹੋਵੇ ਤੇ ਉਹਦਾ ਜਵਾਬ ਦੇਣਾ ਵੀ ਬਣਦਾ, ਪਰ ਜਿਹੜਾ ਇਸ ਤਰ੍ਹਾਂ ਦਾ ਆਦਮੀ ਹੈ ਉਹਦਾ ਜਵਾਬ ਦੇਣਾ ਨਹੀਂ ਬਣਦਾ। ਪਹਿਲਾਂ ਵੀ ਪੈਰੋਲ ਮਿਲੀ ਹੈ, ਪਿਛਲੀ ਵਾਰੀ ਪੈਰੋਲ ਮਿਲੀ ਤਾਂ ਉਸ ਵੇਲੇ ਸਤਸੰਗ ਹੋਇਆ, ਹੁਣ ਵੀ ਸਤਸੰਗ ਹੋ ਰਿਹਾ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਅਜਿਹੇ ਬਿਆਨ ਕਿਉਂ ਆ ਰਹੇ ਨੇ ਹੁਣ ਸਤਸੰਗ ਦੇ ਜ਼ਰੀਏ ਹੁਣ ਭਾਵੇਂ, ਲੇਕਿਨ ਇਹ ਗੱਲਾਂ ਕਿਉਂ ਆ ਰਹੀਆਂ ਨੇ? ਦੇਖੋ, ਇਹ ਸਰਕਾਰ ਦੀ ਨਾਕਾਮੀ ਹੈ ਕਿ ਸਰਕਾਰ ਨੇ ਉਹਨੂੰ ਸ਼ਾਇਦ ਵੋਟ ਬੈਂਕ ਨੂੰ ਸਾਹਮਣੇ ਰੱਖ ਕੇ ਇਸ ਤਰ੍ਹਾਂ ਦੀ ਖੁੱਲ੍ਹ ਦਿੱਤੀ ਹੋਈ ਹੈ। ਜਿਹੜਾ ਵਿਅਕਤੀ ਇਸ ਤਰੀਕੇ ਦੇ ਨਾਲ ਹੋਰ ਕਿਤਨੇ ਕਤਲਾਂ ਤੇ ਕੁਕਰਮਾਂ ਦੇ ਦੋਸ਼ੀ ਜਿਹੜੇ ਉਹਨਾਂ ਨੂੰ ਪੈਰੋਲਾਂ ਮਿਲ ਰਹੀਆਂ ਨੇ ਤੇ ਉਹ ਬਾਹਰ ਆ ਕੇ ਏਦਾਂ ਦੇ ਪ੍ਰਵਚਨ ਕਰ ਰਹੇ ਆ, ਇਹ ਸਾਰਾ ਕੁਝ ਜਿਹੜਾ ਸਾਜ਼ਿਸ਼ ਹੈ ਬਹੁਤ ਵੱਡੀ। ਮੈਂ ਸਮਝਦਾ ਕਿ ਜਿਹੜਾ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਵਾਲੀ ਗੱਲ ਹੈ ਕਿ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ। ਚਿੰਗਾੜੀ ਕਦੋਂ ਭਾਂਬੜ ਬਣਦੀ ਹੈ ਤਾਂ ਪਤਾ ਨਹੀਂ ਲੱਗਦਾ, ਪਰ ਇਸ ਕਾਰਨ ਕਰਕੇ ਅਸੀਂ ਤਾਂ ਇਹੀ ਸਰਕਾਰ ਨੂੰ ਅਪੀਲ ਕਰਨੀ ਚਾਹਾਂਗੇ ਕਿ ਜਿਸ ਬੰਦੇ ਦੀ ਜਗ੍ਹਾ ਜੇਲ੍ਹ ਦੀਆਂ ਸਲਾਖਾਂ ਨੇ ਔਰ ਮਾਨਯੋਗ CBI ਕੋਰਟ ਨੇ ਸਜ਼ਾ ਦਿੱਤੀ ਹੈ, ਇਹੋ ਜਿਹੇ ਅਪਰਾਧੀ ਖੁੰਖਾਰ ਵਿਅਕਤੀ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੀ ਡੱਕ ਕੇ ਰੱਖਿਆ ਜਾਵੇ। ਇਹਨੂੰ ਸਮਾਜ ਵਿੱਚ ਖੁੱਲ੍ਹਾ ਛੱਡਣਾ ਜਿਹੜਾ ਉਹ ਖਤਰਨਾਕ ਆ, ਉਹ ਖਤਰੇ ਤੋਂ ਖਾਲੀ ਨਹੀਂ ਹੈ। ਜੀ ਸ਼ੁਕਰੀਆ ਦਾਦੂਵਾਲ ਜੀ ਸਾਡੇ ਨਾਲ ਜੁੜਨ ਦੇ ਲਈ। ਬਲਜੀਤ ਸਿੰਘ ਦਾਦੂਵਾਲ ਹਰਿਆਣਾ SGPC ਦੇ ਸਾਬਕਾ ਪ੍ਰਧਾਨ ਨੇ ਕਹਿ ਰਹੇ ਨੇ ਕਿ ਪੈਰੋਲ ਦੇ ਉੱਤੇ ਰਾਮ ਰਹੀਮ ਨੂੰ ਜਿਹੜੀ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਹੈ ਉਹਦਾ ਵਿਰੋਧ ਤਾਂ ਹੋ ਹੀ ਰਿਹਾ ਹੈ, ਲੇਕਿਨ ਨਾਲ ਉਸ ਨੂੰ ਪ੍ਰਵਚਨ ਕਰਨ ਦੀ ਜਿਹੜੀ ਖੁੱਲ੍ਹ ਦਿੱਤੀ ਜਾ ਰਹੀ ਹੈ ਸਿਆਸੀ ਸਾਜ਼ਿਸ਼ ਹੋ ਸਕਦੀ ਹੈ। ਪਤਾ ਨਹੀਂ ਲੱਗਦਾ ਕਿ ਕਦੋਂ ਕੋਈ ਅਜਿਹਾ ਬਿਆਨ ਭਾਂਬੜ ਬਣ ਜਾਵੇ। ਰਾਮ ਰਹੀਮ ਦੂਸਰੇ ਪਾਸੇ ਵਿਰੋਧੀਆਂ ਨੂੰ ਚੈਲੰਜ ਕਰ ਰਿਹਾ ਹੈ ਕਿ ਆਪਣੇ ਧਰਮ ਵਾਲਿਆਂ ਦਾ ਨਸ਼ਾ ਹੀ ਛੁਡਾ ਲਓ, ਨਸ਼ਾ ਛੁਡਾਉਣ ਨਾਲ ਤੁਹਾਡੇ ਨੰਬਰ ਬਣ ਜਾਣਗੇ, ਸਮਾਜ ਨੂੰ ਤਾਂ ਸੁਧਾਰ ਲਓ, ਇਹ ਰਾਮ ਰਹੀਮ ਕਹਿ ਰਿਹਾ। ਹਾਲਾਂਕਿ ਬਲਜੀਤ ਸਿੰਘ ਦਾਦੂਵਾਲ ਕਹਿ ਰਹੇ ਨੇ ਕਿ ਅਜਿਹਾ ਸ਼ਖਸ ਜੋ ਖੁਦ ਬਲਾਤਕਾਰ ਤੇ ਕਤਲ ਦੇ ਕੇਸ ਦੇ ਵਿੱਚ ਸਜ਼ਾ ਭੁਗਤ ਰਿਹਾ, ਜਿਸ ਨੂੰ ਕੋਰਟ ਨੇ ਕਨਵਿਕਟ ਕੀਤਾ ਹੈ, ਦੋਸ਼ ਤੈਅ ਹੋ ਕੇ ਉਸ ਨੂੰ ਸਜ਼ਾ ਹੋ ਚੁੱਕੀ ਹੈ, ਸਜ਼ਾ ਭੁਗਤ ਰਿਹਾ ਹੈ, ਉਹ ਅਜਿਹੀ ਸਿੱਖਿਆ ਦਿੰਦਾ ਚੰਗਾ ਨਹੀਂ ਲੱਗਦਾ। ਰਾਮ ਰਹੀਮ ਦੇ ਵੱਲੋਂ ਆਪਣੇ ਵਿਰੋਧੀਆਂ ਨੂੰ ਚੈਲੰਜ ਕੀਤਾ ਗਿਆ ਹੈ। धर्म के लोगों, हे सज्जनों, जरूर ध्यान दो। चलो आपको लगता है आपका धर्म सही है, हम कहते सारे ही सही हैं, पर जिसको जो भी धर्म है वो अपने धर्म वालों को तो कम से कम नशा छुड़ा दो। चलो दूसरों का नहीं छुड़ाना, इतने में ही काम हो जाएगा, क्योंकि सारे धर्मों के नुमाइंदे सारे लग जाएं कि भाई अपना टारगेट अपने धर्म का है कि भी बच्चा नशा ना करे। चलो इतना तो कर सकते हो ना जी, उधर ध्यान ही नहीं है। कम से कम इतना काम तो कर लो सारे मिलके। यकीन मानो आप ऐसा करोगे, अगर चलो ये सोच के कर लो कि भाई अपने धर्म के बच्चे सही रहेंगे, और भी बढ़ जाएंगे आपके साथ, आपका धर्म भी बढ़ जाएगा। पर ना जी, आपने तो वो काम तो सोचना ही नहीं। हे
धर्म के लोगों, हे सज्जनों, जरूर ध्यान दो। चलो आपको लगता है आपका धर्म सही है, हम कहते सारे ही सही हैं, पर जिसको जो भी धर्म है वो अपने धर्म वालों को तो कम से कम नशा छुड़ा दो। चलो दूसरों का नहीं छुड़ाना, इतने में ही काम हो जाएगा, क्योंकि सारे धर्मों के नुमाइंदे सारे लग जाएं कि भाई अपना टारगेट अपने धर्म का है कि भी बच्चा नशा ना करे। चलो इतना तो कर सकते हो ना जी, उधर ध्यान ही नहीं है। कम से कम इतना काम तो कर लो सारे मिलके। यकीन मानो आप ऐसा करोगे, अगर चलो ये सोच के कर लो कि भाई अपने धर्म के बच्चे सही रहेंगे, और भी बढ़ जाएंगे आपके साथ, आपका धर्म भी बढ़ जाएगा। पर ना जी, आपने ट्रम्पेट में बजा के दिखाना। ओके जी, आप रिकॉर्ड करना, पहले हम बताते हैं। हाँ। ना 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 ना। ਇਹ ਤਸਵੀਰਾਂ ਨੇ ਇੱਕ ਰਿਕਾਰਡਿੰਗ ਸਟੂਡੀਓ ਦੀਆਂ, ਜਿੱਥੇ ਰਾਮ ਰਹੀਮ ਹੁਣ ਗਾਣੇ ਕੰਪੋਜ਼ ਕਰਵਾ ਰਿਹਾ ਹੈ। 뮤직 ਕੰਪੋਜ਼ਰ ਬਣਿਆ ਦਿਖਾਈ ਦੇ ਰਿਹਾ ਹੈ ਰਾਮ ਰਹੀਮ, ਜਿੱਥੇ ਰਿਕਾਰਡਿੰਗ ਸਟੂਡੀਓ ਦੇ ਵਿੱਚ ਰਾਮ ਰਹੀਮ ਗਾਣਾ ਕੰਪੋਜ਼ ਕਰਾ ਰਿਹਾ ਹੈ। यस, हाँ रिकॉर्ड करना, ट्रम्पेट में बजा के दिखाना। ओके जी, आप रिकॉर्ड करना, पहले हम बताते हैं। हाँ। ना 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 ना। ठीक, यस, हाँ रिकॉर्ड करना, ट्रम्पेट में बजा के दिखाना। ओके जी, आप रिकॉर्ड करना, पहले हम बताते हैं। हाँ। ना 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 ना। ठीक, यस, हाँ रिकॉर्ड। ਉਧਰ ਬਾਈਬਲ ਕਲਾਂ ਦੇ ਵਿੱਚ ਅੱਜ ਤੋਂ ਨਵਾਂ ਮੋਰਚਾ ਲੱਗਣ ਜਾ ਰਿਹਾ ਹੈ। ਬਾਈਬਲ ਕਲਾਂ ਇਨਸਾਫ ਮੋਰਚੇ ਦੇ ਵੱਲੋਂ ਅੱਜ ਵੱਡਾ ਪ੍ਰਦਰਸ਼ਨ ਕੀਤਾ ਜਾਏਗਾ ਤੇ ਫਰੀਦਕੋਟ 'ਚ ਨੈਸ਼ਨਲ ਹਾਈਵੇ ਜਾਮ ਕੀਤਾ ਜਾਏਗਾ। ਬਠਿੰਡਾ ਅੰਮ੍ਰਿਤਸਰ ਹਾਈਵੇ ਤੇ ਜਾਮ ਲਾਇਆ ਜਾਏਗਾ। ਦੁਪਹਿਰ ਕਰੀਬ 12 ਵਜੇ NH 54 ਨੈਸ਼ਨਲ ਹਾਈਵੇ 54 ਨੂੰ ਜਾਮ ਕੀਤਾ ਜਾਏਗਾ। ਬੇਅਦਬੀਆਂ ਦੇ ਗੋਲੀकांड ਨੂੰ ਲੈ ਕੇ ਲਗਾਤਾਰ ਇਨਸਾਫ ਦੀ ਮੰਗ ਦੇ ਵਿੱਚ ਇਹ ਮੋਰਚਾ ਜਾਰੀ ਹੈ। ਕੁਝ ਮਹੀਨੇ ਪਹਿਲਾਂ ਵੀ ਇਨਸਾਫ ਮੋਰਚੇ ਦੇ ਵੱਲੋਂ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਸੀ ਤੇ ਉਸ ਵੇਲੇ ਸਰਕਾਰ ਦੇ ਭਰੋਸੇ ਤੋਂ ਬਾਅਦ ਜਾਮ ਖੋਲ ਦਿੱਤਾ ਗਿਆ ਸੀ, ਲੇਕਿਨ ਅੱਜ ਫਿਰ ਤੋਂ ਨੈਸ਼ਨਲ ਹਾਈਵੇ ਜਾਮ ਕੀਤਾ ਜਾਏਗਾ। ਨੈਸ਼ਨਲ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾਏਗਾ। ਬਾਈਬਲ ਕਲਾਂ ਇਨਸਾਫ ਮੋਰਚੇ ਦੇ ਵੱਲੋਂ ਅੱਜ ਨਵਾਂ ਮੋਰਚਾ ਸ਼ੁਰੂ ਕਰਨ ਦੀ ਤਿਆਰੀ ਹੈ। ਫਰੀਦਕੋਟ 'ਚ ਨੈਸ਼ਨਲ ਹਾਈਵੇ ਅੱਜ ਜਾਮ ਕੀਤਾ ਜਾਏਗਾ। ਦੁਪਹਿਰ 12 ਵਜੇ ਤੋਂ ਨੈਸ਼ਨਲ ਹਾਈਵੇ 54 ਨੂੰ ਜਾਮ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਵੀ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਸੀ, ਲੇਕਿਨ ਉਦੋਂ ਸਰਕਾਰ ਨੇ ਭਰੋਸਾ ਦਿੱਤਾ ਤਾਂ ਉਹ ਜਾਮ ਖੋਲ ਦਿੱਤਾ ਗਿਆ ਸੀ, ਲੇਕਿਨ ਅੱਜ ਫਿਰ ਨੈਸ਼ਨਲ ਹਾਈਵੇ ਜਾਮ ਕਰਨ ਦੀ ਤਿਆਰੀ ਹੈ। ਸੁਖਰਾਜ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਗੋਲੀकांड ਦੇ ਵਿੱਚ ਮਾਰੇ ਗਏ ਭਗਵਾਨ ਸਿੰਘ ਦੇ ਬੇਟੇ ਨੇ ਬਾਈਬਲ ਕਲਾਂ ਇਨਸਾਫ ਮੋਰਚੇ ਤੋਂ। ਸੁਖਰਾਜ ਸਿੰਘ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਧੰਨਵਾਦ ਜੀ। ਜੀ, ਅੱਜ ਫਿਰ ਤੋਂ ਨੈਸ਼ਨਲ ਹਾਈਵੇ ਜਾਮ ਕਰਨ ਦੀ ਤੁਸੀਂ ਤਿਆਰੀ ਕਰ ਰਹੇ ਹੋ। ਕੀ ਜ਼ਰੂਰਤ ਪਈ ਇਹ ਰਣਨੀਤੀ ਬਣਾਉਣ ਦੀ, ਤੇ ਜੇ ਸਮਝਾ ਸਕੋ ਕਿ ਇਹ ਅਣਮਿੱਥੇ ਸਮੇਂ ਦੇ ਲਈ ਹੈ, ਸਰਕਾਰ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ, ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ? ਬਿਲਕੁਲ ਜੀ, ਅਣਮਿੱਥੇ ਸਮੇਂ ਲਈ ਆ। ਇਹਦੇ ਚ ਸਾਡੇ ਕੋਲੇ ਤੁਸੀਂ ਆਪ ਦੱਸੋ ਕਿ ਲੰਮੇ ਸਮੇਂ ਤੋਂ ਅਸੀਂ ਇਹਨਾਂ ਘੁੰਮਣ ਘੇਰੀਆਂ ਦੇ ਵਿੱਚ ਫਸੇ ਹੋਏ ਆ। ਸਰਕਾਰ ਦੀਆਂ ਦੇ ਵਿੱਚ 2-3 ਸਰਕਾਰਾਂ ਬਦਲ ਗਈਆਂ ਇਸ ਇਸ਼ੂ ਨੂੰ ਲੈ ਕੇ, ਤੇ ਸਰਕਾਰਾਂ ਕਦੇ 10 ਦਿਨ ਕਦੇ 15 ਦਿਨ ਕਹਿੰਦੀਆਂ, ਤੇ ਇਸ ਕਰਦੇ ਅੱਜ 4 ਤੋਂ 17 ਦਿਨ ਹੋ ਗਏ ਸਾਨੂੰ ਸੜਕ ਤੇ ਬੈਠਿਆਂ ਨੂੰ। ਤੇ ਸਾਡੇ ਕੋਲ ਰਾਹ ਵੀ ਕੀ ਬਚਦਾ? ਸਰਕਾਰਾਂ ਨੇ ਰਾਹ ਵੀ ਕੀ ਛੱਡਿਆ ਕਿ ਜਿਹਦੇ ਚ ਅਸੀਂ ਕੋਈ ਇਨਸਾਫ ਦੀ ਮੰਗ ਕਰ ਸਕੀਏ? ਕੋਰਟਾਂ ਦੇ ਅਸੀਂ ਚੱਕਰ ਲਾ ਕੇ ਦੇਖ ਲਿਆ, ਕੋਰਟ ਕਚਹਿਰੀਆਂ ਦੇ ਵਿੱਚ ਕੇਸ ਸਿਰੇ ਤੇ ਜਾ ਕੇ ਖਾਰਜ ਹੋ ਚੁੱਕੇ ਆ। ਤਾਂ ਸਰਕਾਰਾਂ ਹਮੇਸ਼ਾ ਇਹ ਗੱਲ ਕਰਦੀਆਂ ਕਿ ਅਸੀਂ ਕਰ ਰਹੇ ਹਾਂ, ਇਨਸਾਫ ਕਰ ਰਹੇ ਹਾਂ। ਜਦੋਂ ਤੁਸੀਂ ਕਾਂਡ ਕਰਕੇ ਗਏ ਹੋ, ਜਿਹੜੀ ਸਰਕਾਰ ਦੇ ਵਿੱਚ ਹੋਇਆ, ਜਿਹੜੀ ਐਡਮਿਨਿਸਟ੍ਰੇਟਰ ਦੇ ਵਿੱਚ ਹੋਇਆ, ਇਹ ਉਹਨਾਂ ਦੇ ਕੋਲ ਸਾਰੀ ਪਾਵਰ ਸੀ ਜਿਹਨੂੰ ਹੱਲ ਕਰਨ ਦੀ, ਤੇ ਜਿਹੜੇ ਅੱਜ ਬੈਠੇ ਆ ਇਹਨਾਂ ਕੋਲ ਵੀ ਉਨੀ ਪਾਵਰ ਹੈ। ਜਦੋਂ ਤੁਸੀਂ ਇਸ ਦਿਖਾਤ ਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ, ਉਦੋਂ ਤਾਂ ਘੰਟਿਆਂ ਦੇ ਵਿੱਚ ਤੁਸੀਂ ਗੋਲੀਆਂ ਚਲਾਤੀਆਂ, ਬੰਦੇ ਮਾਰਤੇ, ਸਾਡੇ ਐਸਪੀ ਬੇਅਦਬੀ ਤੱਕ ਹੋ ਗਈ ਹੈ।
ਤੇ ਜੇ ਅੱਜ ਇਸ ਨੂੰ ਹੱਲ ਕਰਨ ਦੀ ਗੱਲ ਆ ਤੇ ਅੱਜ ਤੁਸੀਂ ਸਾਲਾਂ ਲਗਾ ਦਿੱਤੇ ਆ। ਲੇਕਿਨ ਸੁਖਰਾਜ ਜੀ ਜੋ ਸਰਕਾਰ ਤਰਕ ਦਿੰਦੀ ਹੈ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਸਹੀ ਤਰੀਕੇ ਨਾਲ ਜਾਂਚ ਨਹੀਂ ਹੋਈ ਜਾਂ ਉਸ ਨੂੰ ਜਿਸ ਤਰੀਕੇ ਨਾਲ ਲੰਬਾ ਸਮਾਂ ਲੱਗਿਆ, ਤਾਂ ਹੁਣ ਉਹ ਜਾਂਚ ਹੋ ਕੇ ਹੀ ਕਿਸੇ ਸਿਰੇ ਤੱਕ ਲੱਗੇਗਾ ਤੇ ਉਸ ਦੇ ਵਿੱਚ ਸਮਾਂ ਤਾਂ ਲੱਗਣਾ ਹੀ ਹੈ। ਕਿੰਨਾ ਲੱਗਣਾ ਜੀ, ਤੁਸੀਂ ਮੈਨੂੰ ਦੱਸ ਦਿਓ। 10 ਦਿਨ, 15 ਦਿਨ, ਮਹੀਨਾ, 20 ਦਿਨ ਹੁੰਦੇ ਆ ਤਾਂ 8-8 ਸਾਲ ਥੋੜੀ ਲੱਗ ਜਾਂਦੇ ਆ। 3 ਸਰਕਾਰਾਂ ਦਾ ਟਾਈਮ ਪੀਰੀਅਡ ਬਦਲ ਗਿਆ, 2 ਸਰਕਾਰਾਂ ਬਦਲ ਗਈਆਂ, ਤੁਸੀਂ ਆਪ ਦੇਖ ਲਓ। ਤੇ ਉਹ 2 ਸਰਕਾਰਾਂ ਹਜੇ ਵੀ ਕਹਿਣ ਸਮਾਂ ਥੋੜਾ ਲੱਗਦਾ। ਤੁਹਾਡੀ ਆਖਰੀ ਕੀ ਗੱਲਬਾਤ ਹੋਈ ਹੈ ਪ੍ਰਸ਼ਾਸਨ ਨਾਲ ਜਾਂ ਸਰਕਾਰ ਨਾਲ? ਸਾਡੀ ਗੱਲ ਤਾਂ ਹੁਣ ਇਹੀ ਹੋਈ ਸੀ ਕਿ ਉਹਨਾਂ ਨੇ 31 ਤਰੀਕ ਤੱਕ ਕਿਹਾ ਸੀ ਕਿ ਅਸੀਂ ਇਹਨੂੰ ਸਬਮਿਸ਼ਨ ਕਰ ਦਿਆਂਗੇ, ਚਲਾਨ ਜਿਹੜੇ ਦੋਸ਼ੀਆਂ ਦੇ ਨਾਮ ਜਨਤਕ ਕਰ ਦਿਆਂਗੇ, ਤੇ ਉਹ ਅੱਜ ਤੱਕ ਨਹੀਂ ਹੋਏ ਆ। ਸੋ ਹੁਣ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਹੈ। ਲਾਸਟ ਅਸੀਂ ਪ੍ਰੈਸ ਕਾਨਫਰੰਸ ਕਰਕੇ ਸਿੱਧੀ ਕਾਲ ਇਹ ਦਿੱਤੀ ਸੀ ਵੀ ਜੇ ਤੁਸੀਂ ਹੱਲ ਕਰਦੇ ਹੋ ਤਾਂ ਵਧੀਆ, ਜੇ ਤੁਸੀਂ ਨਹੀਂ ਹੱਲ ਕਰਦੇ ਹੋ ਤਾਂ ਅਸੀਂ ਜਿਹੜਾ ਆਪਣਾ 5 ਫਰਵਰੀ ਨੂੰ ਜਿਹੜਾ ਜਾਮ ਕਰਾਂਗੇ ਉਹ ਅਸੀਂ ਜਾਮ ਦਾ। ਜੀ, ਤੇ ਇਹ ਤੁਸੀਂ ਜੋ ਐਲਾਨ ਕੀਤਾ ਹੈ ਉਸ ਤੋਂ ਬਾਅਦ ਤੁਹਾਡੀ ਕੋਈ ਅੱਜ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੋਵੇ ਜਾਂ ਪ੍ਰਸ਼ਾਸਨ ਨੇ ਤੁਹਾਨੂੰ ਸੰਪਰਕ ਕੀਤਾ ਹੋਵੇ? ਨਹੀਂ, ਹਜੇ ਤੱਕ ਤਾਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ ਹੈ। ਬਾਕੀ ਅਸੀਂ ਪਹਿਲਾਂ ਵੀ ਮੈਸੇਜ ਜਿਹੜਾ ਲਾ ਹੀ ਦਿੱਤਾ ਕਿ ਅਸੀਂ ਨਹੀਂ ਚਾਹੁੰਦੇ ਵੀ ਤੁਸੀਂ ਇਸ ਤਰੀਕੇ ਨਾਲ ਆ ਕੇ ਕਹੋ ਕਿ ਸਾਨੂੰ 1 ਕਰੋੜ ਜਾਂ ਅੱਧਾ ਰੋਡ ਖੋਲ੍ਹਣਾ ਚਾਹੀਦਾ। ਉਹ ਅਸੀਂ ਉਸ ਦੀ ਹਾਮੀ ਨਹੀਂ ਭਰਾਂਗੇ, ਕਿਉਂਕਿ ਲੰਮਾ ਸਮਾਂ ਹੋ ਗਿਆ। ਹੁਣ ਤੁਸੀਂ ਸਾਡੇ ਕੋਲੇ ਜਦੋਂ ਆਉਣਾ ਹੋਇਆ ਉਹ ਇਸ ਮਸਲੇ ਦਾ ਹੱਲ ਕਰਕੇ ਆਇਓ। ਤਾਂ ਚਲਾਨ ਪੇਸ਼ ਕਰਨ ਨੂੰ ਲੈ ਕੇ ਮੰਗ ਹੈ, ਨਾਮ ਜਨਤਕ ਕਰਨ ਨੂੰ ਲੈ ਕੇ ਮੰਗ ਹੈ। ਜੇ ਇਹ ਮੰਗਾਂ ਮੰਨ ਲਈਆਂ ਜਾਂਦੀਆਂ ਨੇ ਤਾਂ ਜਾਮ ਖੋਲ ਦਿੱਤਾ ਜਾਏਗਾ। ਬਿਲਕੁਲ ਜੀ, ਬਿਲਕੁਲ ਜੀ। ਸ਼ੁਕਰੀਆ ਸੁਖਰਾਜ ਜੀ ਸਾਡੇ ਨਾਲ ਜੁੜਨ ਦੇ ਲਈ। ਮੇਰੇ ਸਹਿਯੋਗੀ ਨਰੇਸ਼ ਸੇਠੀ ਵੀ ਜੁੜੇ ਹੋਏ ਨੇ ਫਰੀਦਕੋਟ ਤੋਂ। ਨਰੇਸ਼, ਸਮਝਣਾ ਚਾਹਾਂਗੇ ਜਿਹੜੀ ਹੁਣ ਦੀ ਸਥਿਤੀ ਹੈ, ਸੁਖਰਾਜ ਸਿੰਘ ਕਹਿ ਰਹੇ ਨੇ ਕਿ ਕੋਸ਼ਿਸ਼ ਕਰਾਂਗੇ ਅਸੀਂ ਹੋਰ ਜਾਣਨ ਦੀ, ਲੇਕਿਨ ਸੁਖਰਾਜ ਸਿੰਘ ਇਹ ਕਹਿ ਰਹੇ ਨੇ ਕਿ ਨੈਸ਼ਨਲ ਹਾਈਵੇ ਅੱਜ ਪੂਰਾ ਜਾਮ ਕੀਤਾ ਜਾਏਗਾ। ਇਹ ਨਹੀਂ ਹੋਏਗਾ ਕਿ ਅੱਧਾ ਰਸਤਾ ਖੋਲ ਦਿੱਤਾ ਜਾਏਗਾ, ਤਾਂ ਉਸ ਕਿਸਮ ਦਾ ਹੁਣ ਸਮਝੌਤਾ ਨਹੀਂ ਕੀਤਾ ਜਾਏਗਾ। ਪੂਰਾ ਨੈਸ਼ਨਲ ਹਾਈਵੇ 54 ਜਾਮ ਕੀਤਾ ਜਾਏਗਾ। ਨੈਸ਼ਨਲ ਹਾਈਵੇ ਤੇ ਜਾਮ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬਹਿਬਲ ਕਲਾਂ ਇਨਸਾਫ ਮੋਰਚੇ ਦੇ ਵੱਲੋਂ ਵੱਡਾ ਪ੍ਰਦਰਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ। ਬਠਿੰਡਾ ਅੰਮ੍ਰਿਤਸਰ ਹਾਈਵੇ ਤੇ ਦੁਪਹਿਰ ਕਰੀਬ 12 ਵਜੇ ਤੋਂ ਪੱਕਾ ਜਾਮ ਲਗਾਇਆ ਜਾਏਗਾ। ਉਧਰ ਕੌਮੀ ਇਨਸਾਫ ਮੋਰਚਾ ਜੋ ਮੋਹਾਲੀ ਚੰਡੀਗੜ੍ਹ ਬਾਰਡਰ ਤੇ ਲੱਗਿਆ ਹੋਇਆ ਉਸ ਦੇ ਪ੍ਰਦਰਸ਼ਨ ਨੂੰ 1 ਮਹੀਨਾ ਹੋ ਚੁੱਕਿਆ ਹੈ। ਚੰਡੀਗੜ੍ਹ ਮੋਹਾਲੀ ਬਾਰਡਰ ਤੇ ਮੋਰਚਾ ਜਾਰੀ ਹੈ। ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਬੇਅਦਬੀ ਮਾਮਲੇ 'ਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ, ਲੇਕਿਨ ਹਾਲੇ ਤੱਕ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਈ। ਇਸ ਤੋਂ ਇਲਾਵਾ ਮੋਰਚੇ ਨੇ ਬੇਅਦਬੀ ਤੇ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ ਤੇ ਗੁੰਮ ਹੋਏ 328 ਸਰੂਪਾਂ ਦੇ ਮਾਮਲੇ ਦੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਹੈ। ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਮੋਹਾਲੀ ਚੰਡੀਗੜ੍ਹ ਬਾਰਡਰ ਤੇ 1 ਮਹੀਨੇ ਤੋਂ ਕੌਮੀ ਇਨਸਾਫ ਮੋਰਚੇ ਦਾ ਪ੍ਰਦਰਸ਼ਨ ਜਾਰੀ ਹੈ, ਲੇਕਿਨ ਹਾਲ ਫਿਲਹਾਲ ਕੋਈ ਗੱਲਬਾਤ ਸਰਕਾਰ ਦੇ ਨਾਲ ਨਹੀਂ ਹੋਈ। ਮੋਹਾਲੀ ਚੰਡੀਗੜ੍ਹ ਬਾਰਡਰ ਤੇ ਪੱਕਾ ਮੋਰਚਾ ਲੱਗਿਆ ਹੋਇਆ 1 ਮਹੀਨਾ ਹੁਣ ਇਸ ਮੋਰਚੇ ਨੂੰ ਹੋ ਚੁੱਕਿਆ, ਲੇਕਿਨ ਸਰਕਾਰ ਨਾਲ ਕੋਈ ਵੀ ਗੱਲਬਾਤ ਨਹੀਂ ਹੋਈ। ਬੇਅਦਬੀ ਦੇ ਇਨਸਾਫ ਦੀ ਮੰਗ ਨੂੰ ਲੈ ਕੇ, ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਹ ਮੋਰਚਾ ਲਗਾਤਾਰ ਮੋਹਾਲੀ ਚੰਡੀਗੜ੍ਹ ਬਾਰਡਰ ਤੇ ਚੱਲ ਰਿਹਾ 1 ਮਹੀਨਾ ਹੋ ਚੁੱਕਿਆ ਹੈ। ਉਧਰ ਭਿੰਡਰਾਂਵਾਲੇ ਨੂੰ ਲੈ ਕੇ ਵੱਡਾ ਖੁਲਾਸਾ 39 ਸਾਲ ਦੇ ਬਾਅਦ ਨਿਊਜ਼ 18 ਤੇ ਜਨਰਲ ਸ਼ਬੇਗ ਸਿੰਘ ਦੇ ਭਰਾ ਨੇ ਦਾਅਵਾ ਕੀਤਾ ਹੈ। ਬੇਅੰਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਭਿੰਡਰਾਂਵਾਲੇ ਅਕਾਲ ਤਖਤ ਸਾਹਿਬ ਛੱਡਣਾ ਚਾਹੁੰਦੇ ਸੀ, ਉਹ ਨਹੀਂ ਚਾਹੁੰਦੇ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਹੋਵੇ। ਜਨਰਲ ਸ਼ਬੇਗ ਸਿੰਘ ਜੋ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਾਥੀ ਸੀ ਤੇ ਫੌਜੀ ਰਣਨੀਤੀ ਦੀ ਉਹਨਾਂ ਦੀ ਜ਼ਿੰਮੇਵਾਰੀ ਸੀ। ਜਨਰਲ ਸ਼ਬੇਗ ਸਿੰਘ ਦੇ ਭਰਾ ਬੇਅੰਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਭਿੰਡਰਾਂਵਾਲੇ ਅਕਾਲ ਤਖਤ ਸਾਹਿਬ ਛੱਡਣਾ ਚਾਹੁੰਦੇ ਸੀ, ਨਹੀਂ ਚਾਹੁੰਦੇ ਸੀ ਕਿ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਹੋਵੇ। ਅੰਤਲਾ ਸਮਾਂ ਸੀ ਭਿੰਡਰਾਂਵਾਲਿਆਂ ਦਾ, ਉਸ ਵੇਲੇ ਦੋਨਾਂ ਦੀ ਮੁਲਾਕਾਤ ਹੁੰਦੀ ਰਹੀ ਹੈ। ਉਹਨਾਂ 3-4 ਥੋੜੇ ਦਿਨ ਪਹਿਲਾਂ ਹੋਈ ਆ ਅਕਾਲ ਤਖਤ ਸਾਹਿਬ ਤੇ, ਜਦੋਂ ਇਹਨਾਂ ਮੀਟਿੰਗ ਹੋਈ ਆ ਕਿ ਆਪਾਂ ਇੱਥੋਂ ਛੱਡ ਜਾਂਦੇ ਆ ਤੇ ਅਕਾਲ ਤਖਤ ਸਾਹਿਬ ਤੇ ਜਾਂ ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਣਾ ਚਾਹੀਦਾ। ਉਦੋਂ ਇਹ ਗੱਲ ਹੋਈ ਹੈ, ਔਨ ਰਿਕਾਰਡ ਹੈ ਗੱਲ ਕਿਤੇ? ਰਿਕਾਰਡ ਕੌੜਾ ਕਰਦਾ ਜੇ ਜਿਹਨਾਂ ਕਰਨਾ ਐਸਜੀਪੀਸੀ ਵਾਲਿਆਂ ਕਰਨਾ ਇਹ। ਕਿਉਂਕਿ ਇਹ ਗੱਲ ਬਹੁਤ ਵਾਰ ਬਾਹਰ ਨਹੀਂ ਆਈ ਕਿ ਭਿੰਡਰਾਂਵਾਲੇ ਇਸ ਗੱਲ ਲਈ ਸਹਿਮਤ ਸੀ ਕਿ ਅਸੀਂ ਅਕਾਲ ਤਖਤ ਤੋਂ ਚਲੇ ਜਾਂਦੇ ਹਾਂ ਇਸ ਥਾਂ ਤੋਂ। ਇਹ 'ਚ ਕੋਈ ਸ਼ੱਕ ਨਹੀਂ।
ਇਹ ਸਹੀ ਗੱਲ ਹੈ। ਹਾਂ ਬਿਲਕੁਲ ਸਹੀ ਗੱਲ ਹੈ। ਕਿਉਂਕਿ ਅੱਜ ਤੱਕ ਇਹ ਪ੍ਰਚਾਰ ਦੇ ਵਿੱਚ ਇਹ ਸਾਹਮਣੇ ਆਇਆ ਕਿ ਭਿੰਡਰਾਂ ਵਾਲਿਆਂ ਦੇ ਉੱਥੇ ਹੋਣ ਕਰਕੇ ਹੀ ਅਟੈਕ ਹੋਇਆ। ਜੇ ਉੱਥੇ ਨਾ ਹੁੰਦੇ ਤਾਂ ਸ਼ਾਇਦ ਅਕਾਲ ਤਖਤ ਸਾਹਿਬ ਤੇ ਅਟੈਕ ਨਾ ਹੁੰਦਾ। ਉਹ ਨਹੀਂ ਚਾਹੁੰਦੇ ਤੇ ਅਟੈਕ ਹੋਵੇ, ਪਰ ਜਦੋਂ ਉਹਨਾਂ ਨੇ ਵੇਖਿਆ ਫੌਜਾਂ ਘੇਰਾ ਪੈ ਗਿਆ, ਸਭ ਕੁਝ ਹੋ ਗਿਆ, ਫਿਰ ਜਨਰਲ ਸਾਹਿਬ ਨੇ ਕਿਹਾ, ਉਹਨੇ ਆਖਿਆ ਸੰਤ ਜੀ ਇਹ ਸਭ ਕੁਝ ਹੋਣਾ। ਉਹ ਤੇ ਇਹ ਵੀ ਨਾ, ਉਹਨੇ ਇਹ ਵੀ ਕਿਹਾ ਕਿ ਅਸੀਂ ਦਰਬਾਰ ਸਾਹਿਬ ਤੋਂ ਆਪਣਾ ਬੰਦੇ ਲੈ ਕੇ ਇੱਥੋਂ ਚਲੇ ਜਾਂਦੇ ਆ। ਕਿਹਨੇ ਕਿਹਾ? ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਦੋਂ ਅਕਾਲ ਤਖਤ ਸਾਹਿਬ ਦੇ ਇਹਨਾਂ ਦੀ ਮੀਟਿੰਗ ਹੁੰਦੀ ਆ। ਪਰ ਅੱਜ ਕੱਲ ਐਲੀਗੇਸ਼ਨ ਇਹੀ ਨੇ ਅੱਜ ਤੱਕ ਕਿ ਜੇ ਭਿੰਡਰਾਂ ਵਾਲੇ ਉੱਥੇ ਨਾ ਹੁੰਦੇ ਤਾਂ ਸ਼ਾਇਦ ਇਹ ਅਟੈਕ ਨਾ ਹੁੰਦਾ। ਸੰਤਾਂ ਨੇ ਇਹੋ ਕਿਹਾ ਨਾ, ਮਿਲ ਗਈ ਅਸੀਂ ਇੱਥੋਂ ਲੈ ਕੇ ਚੱਲੇ। ਜਨਰਲ ਸਾਹਿਬ ਨੇ ਕਿਹਾ ਵੀ ਸੰਤ ਜੀ ਇੱਥੇ ਲੜਾਈ ਹੋਣੀ ਹੈ, ਸਭ ਕੁਝ ਹੋਣਾ ਹੈ, ਤੇ ਇਹ ਪੱਕਾ ਆ ਕਿ ਅਸੀਂ ਇੱਥੋਂ ਚੱਲ ਜਾਂਦੇ ਆ, ਦਰਬਾਰ ਸਾਹਿਬ ਅਟੈਕ ਨਹੀਂ ਹੋਣਾ ਚਾਹੀਦਾ। ਭਾਈ ਨੇ ਕਿਹਾ ਇਹ ਆਪਣੇ ਸੰਤ ਜੀ ਇਹ ਸਭ ਕੁਝ ਹੋਣਾ ਠੀਕ ਹੈ, ਨਹੀਂ ਸੰਤਾਂ ਨੇ ਆਖਿਆ ਅਸੀਂ ਚਲੇ ਜਾਂਦੇ, ਅਟੈਕ ਨਹੀਂ ਹੋਣਾ ਚਾਹੀਦਾ। ਅੱਗੇ ਵਧਦੇ ਹਾਂ। ਪੰਜਾਬ ਦੇ ਵਿੱਚ ਅੱਜ ਤੋਂ ਸਸਤਾ ਰੇਤਾ ਮਿਲੇਗਾ। 5.5 ਰੁਪਏ ਪ੍ਰਤੀ ਕਿਊਬਿਕ ਫੁੱਟ ਤੇ ਹੁਣ ਰੇਤਾ ਮਿਲੇਗਾ। 18 ਸਾਈਟਸ ਹੋਣਗੀਆਂ ਜਿੱਥੇ ਸਸਤਾ ਰੇਤਾ ਮਿਲੇਗਾ। 7 ਜ਼ਿਲ੍ਹਿਆਂ 'ਚ 18 ਸਾਈਟਸ ਤੇ ਸਸਤਾ ਰੇਤਾ ਮਿਲੇਗਾ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਤੋਂ ਇਸ ਦੀ ਸ਼ੁਰੂਆਤ ਕਰਨਗੇ। ਰੇਤਾ ਖਰੀਦਣ ਵਾਲੇ ਨੂੰ ਹੀ ਟਰਾਂਸਪੋਰਟ ਦਾ ਖਰਚਾ ਵੀ ਚੁੱਕਣਾ ਹੋਏਗਾ ਤੇ ਸਾਈਟ ਤੋਂ ਟਰੈਕਟਰ ਟਰਾਲੀ ਰਾਹੀਂ ਉਹ ਰੇਤਾ ਲਿਜਾ ਸਕਦੇ ਨੇ। ਮਜ਼ਦੂਰੀ ਦਾ ਖਰਚਾ ਵੀ ਖੁਦ ਹੀ ਚੁੱਕਣਾ ਹੋਏਗਾ। ਖਰਚਾ ਤੁਹਾਡਾ ਆਪਣਾ, ਜੋ ਮਜ਼ਦੂਰੀ ਦਾ, ਲੇਬਰ ਦਾ ਜਾਂ ਫਿਰ ਉਸ ਦੀ ਟਰਾਂਸਪੋਰਟੇਸ਼ਨ ਦਾ। ਲੇਕਿਨ ਰੇਤਾ 5.5 ਰੁਪਏ ਪ੍ਰਤੀ ਕਿਊਬਿਕ ਫੁੱਟ ਮਿਲੇਗਾ। 18 ਸਾਈਟਸ 7 ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਹੋ ਰਹੀਆਂ ਨੇ ਤੇ ਲੁਧਿਆਣਾ ਤੋਂ ਮੁੱਖ ਮੰਤਰੀ ਭਗਵੰਤ ਮਾਨ ਅੱਜ ਇਸ ਦਾ ਆਗਾਜ਼ ਕਰਨਗੇ। ਸਸਤਾ ਰੇਤਾ ਹੁਣ ਮੁਹੱਈਆ ਹੋਏਗਾ ਪੰਜਾਬ ਦੇ ਵਿੱਚ 18 ਸਾਈਟਸ ਦੇ ਉੱਤੇ। ਪਿਛਲੇ ਦਿਨੀ ਨਿਊਜ਼ 18 ਨੇ ਰਿਐਲਿਟੀ ਚੈੱਕ ਵੀ ਕੀਤਾ ਸੀ ਕਿ ਕਿੱਥੇ ਕਿੰਨੇ ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤਾ ਮਿਲ ਰਿਹਾ ਹੈ ਤੇ ਬਹੁਤ ਸਾਰੀਆਂ ਜਗ੍ਹਾਵਾਂ ਤੇ ਨਿਊਜ਼ 18 ਦੀਆਂ ਟੀਮਾਂ ਪਹੁੰਚੀਆਂ ਤੇ ਜਾਣਿਆ ਕਿ ਆਮ ਆਦਮੀ ਦੀ ਪਹੁੰਚ ਤੋਂ ਜਿਹੜਾ ਘਰ ਬਣਾਉਣ ਦਾ ਜੇ ਖਰਚੇ ਦੀ ਗੱਲ ਕਰੀਏ ਤਾਂ ਅਜੇ ਵੀ ਕਿਤੇ ਨਾ ਕਿਤੇ ਬਾਹਰ ਹੈ। ਤਾਂ ਅਜਿਹੇ ਦੇ ਵਿੱਚ ਸਸਤਾ ਰੇਤਾ ਹੁਣ ਮਿਲੇਗਾ ਪੰਜਾਬ ਵਾਸੀਆਂ ਨੂੰ। 18 ਸਾਈਟਸ 7 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਸਸਤਾ ਰੇਤਾ ਉਪਲਬਧ ਹੋਏਗਾ। ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਤੋਂ ਅੱਜ ਇਸ ਦਾ ਆਗਾਜ਼ ਕਰਨਗੇ। ਪਬਲਿਕ ਮਾਈਨਿੰਗ ਸਾਈਟਾਂ ਤੇ ਹੁਣ ਸਸਤੀ ਰੇਤ ਮਿਲੇਗੀ। 18 ਇਹ ਸਾਈਟਸ ਹੋਣਗੀਆਂ ਪਬਲਿਕ ਮਾਈਨਿੰਗ ਸਾਈਟਾਂ ਤੇ ਸਸਤੀ ਰੇਤ ਮਿਲੇਗੀ ਜਿਸ ਦੀ ਕੀਮਤ ਹੋਏਗੀ 5.5 ਰੁਪਏ ਪ੍ਰਤੀ ਕਿਊਬਿਕ ਫੁੱਟ। 5.5 ਰੁਪਏ ਪ੍ਰਤੀ ਕਿਊਬਿਕ ਫੁੱਟ ਤੇ ਇਹਨਾਂ ਪਬਲਿਕ ਮਾਈਨਿੰਗ ਸਾਈਟਾਂ ਤੇ ਰੇਤਾ ਮਿਲੇਗਾ। ਰੇਤਾ ਕੱਢਣ ਦੇ ਲਈ ਆਪਣਾ ਵਾਹਨ ਲਿਆਉਣਾ ਹੋਏਗਾ। ਜੋ ਵੀ ਟਰੈਕਟਰ ਟਰਾਲੀ ਜਾਂ ਜੋ ਵੀ ਵਾਹਨ ਜਿਸ ਦੇ ਜ਼ਰੀਏ ਤੁਸੀਂ ਰੇਤਾ ਉੱਥੋਂ ਟਰਾਂਸਪੋਰਟ ਕਰਨਾ ਹੈ ਉਹ ਤੁਸੀਂ ਆਪ ਲੈ ਕੇ ਆਉਣਾ ਹੋਏਗਾ। ਟਰੈਕਟਰ ਟਰਾਲੀ ਰਾਹੀਂ ਰੇਤਾ ਲਿਜਾਇਆ ਜਾ ਸਕਦਾ ਹੈ ਜਾਂ ਕੋਈ ਹੋਰ ਵਾਹਨ ਉਸ ਦੇ ਰਾਹੀਂ ਰੇਤਾ ਇੱਥੋਂ ਲਿਜਾਇਆ ਜਾ ਸਕਦਾ। ਟਰਾਂਸਪੋਰਟੇਸ਼ਨ ਤੁਹਾਡੀ ਆਪਣੀ ਹੋਏਗੀ ਤੇ ਮਜ਼ਦੂਰੀ ਦਾ ਖਰਚਾ ਵੀ ਖੁਦ ਹੀ ਚੁੱਕਣਾ ਹੋਏਗਾ। ਉਸ ਦੇ ਵਿੱਚ ਜੋ ਵੀ ਲੇਬਰ ਲੱਗੇਗੀ ਉਸ ਦਾ ਖਰਚਾ ਵੀ ਖੁਦ ਹੀ ਚੁੱਕਣਾ ਹੋਏਗਾ। ਇਹ ਪਬਲਿਕ ਮਾਈਨਿੰਗ ਸਾਈਟ ਹੈ। ਖੱਡ ਤੇ ਜੀਸੀਬੀ ਜਾਂ ਕੋਈ ਹੋਰ ਮਸ਼ੀਨ ਦੀ ਇਜਾਜ਼ਤ ਨਹੀਂ ਹੈ। ਅਜਿਹੀਆਂ ਜਿਹੜੀਆਂ ਖੱਡਾਂ ਨੇ, ਸਰਕਾਰੀ ਖੱਡਾਂ ਨੇ, ਸਰਕਾਰੀ ਮਾਈਨਿੰਗ ਸਾਈਟ ਹੈ, ਪਬਲਿਕ ਮਾਈਨਿੰਗ ਸਾਈਟ ਹੈ, ਉਸ ਦੇ ਉੱਤੇ ਖੱਡ ਤੇ ਉੱਤੇ ਜੀਸੀਬੀ ਜਾਂ ਹੋਰ ਕਿਸੇ ਮਸ਼ੀਨ ਦੀ ਇਜਾਜ਼ਤ ਨਹੀਂ ਹੋਏਗੀ। ਠੇਕੇਦਾਰ ਨੂੰ ਵੀ ਖੱਡ ਚੋਂ ਰੇਤਾ ਕੱਢਣ ਦੀ ਇਜਾਜ਼ਤ ਨਹੀਂ ਹੋਏਗੀ। ਤਾਂ ਇਹ ਪਬਲਿਕ ਮਾਈਨਿੰਗ ਸਾਈਟਸ ਨੇ ਜਿੱਥੋਂ ਲੋਕਾਂ ਨੂੰ ਰੇਤਾ ਮੁਹੱਈਆ ਹੋਏਗਾ। ਖੱਡਾਂ ਤੇ ਸਰਕਾਰੀ ਮੁਲਾਜ਼ਮ ਤੈਨਾਤ ਰਹਿਣਗੇ ਤੇ ਰੇਤੇ ਦੀ ਖਰੀਦ ਦੀ ਰਸੀਦ ਵੀ ਮਿਲੇਗੀ। ਜੇ ਤੁਸੀਂ ਇਸ ਪਬਲਿਕ ਮਾਈਨਿੰਗ ਸਾਈਟ ਤੋਂ ਰੇਤਾ ਖਰੀਦਦੇ ਹੋ ਤਾਂ ਉਸ ਦੀ ਰਸੀਦ ਵੀ ਮਿਲੇਗੀ। ਤਾਂ ਪੰਜਾਬ ਦੇ ਵਿੱਚ ਹੁਣ ਸਸਤਾ ਰੇਤਾ ਮੁਹੱਈਆ ਹੋਏਗਾ। 18 ਪਬਲਿਕ ਮਾਈਨਿੰਗ ਸਾਈਟਸ ਖੁੱਲਣ ਜਾ ਰਹੀਆਂ ਨੇ। ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਤੋਂ ਇਸ ਦਾ ਆਗਾਜ਼ ਕਰਨਗੇ। ਪੁਲਿਸ ਨੂੰ ਭਾਜੜਾ ਪਵਾਉਣ ਵਾਲੇ ਈ-ਰਿਕਸ਼ਾ ਚਾਲਕ ਨੂੰ ਆਖਿਰਕਾਰ ਪੁਲਿਸ ਨੇ ਕਾਬੂ ਕਰ ਲਿਆ ਹੈ। ਅੰਮ੍ਰਿਤਸਰ ਪੁਲਿਸ ਨੇ 5 ਦਿਨਾਂ ਬਾਅਦ ਇਸ ਨੂੰ ਕਾਬੂ ਕੀਤਾ ਹੈ। ਲਾਰੈਂਸ ਰੋਡ ਤੇ 5 ਗੱਡੀਆਂ ਨੂੰ ਇਸਨੇ ਟੱਕਰ ਮਾਰੀ ਸੀ। ਪੈਦਲ ਜਾ ਰਹੇ ਲੋਕਾਂ ਨੂੰ ਵੀ ਟੱਕਰ ਮਾਰੀ ਸੀ। ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਇਆ ਸੀ। ਤਸਵੀਰਾਂ ਵੀ ਨਿਊਜ਼ 18 ਤੇ ਦਿਖਾਈਆਂ ਨੇ ਜੋ ਇੱਕ ਰਿਕਸ਼ਾ ਚਾਲਕ, ਈ-ਰਿਕਸ਼ਾ ਚਾਲਕ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੁੰਦਾ ਹੈ ਤੇ ਰਸਤੇ 'ਚ ਜਾਂਦਾ ਹੋਇਆ ਕਈ ਸਾਰੀਆਂ ਗੱਡੀਆਂ ਨੂੰ, ਪੈਦਲ ਚੱਲ ਰਹੇ ਲੋਕਾਂ ਨੂੰ ਟੱਕਰ ਮਾਰਦਾ ਹੈ ਤੇ ਚਕਮਾ ਦੇ ਕੇ ਫਰਾਰ ਹੋ ਜਾਂਦਾ ਹੈ ਤੇ ਉਸ ਨੂੰ ਪੁਲਿਸ ਨੇ ਕਾਬੂ ਕਰ ਲਿਆ। 5 ਦਿਨਾਂ ਬਾਅਦ ਇਹ ਸ਼ਖਸ ਪੁਲਿਸ ਦੇ ਹੱਥ ਆਇਆ ਹੈ। ਅੰਮ੍ਰਿਤਸਰ ਪੁਲਿਸ ਨੇ 5 ਦਿਨਾਂ ਬਾਅਦ ਰਿਕਸ਼ਾ ਚਾਲਕ ਨੂੰ
गिरफ्तार कर लिया है। पुलिस नूं भाजड़ा पवाईयां सी इस रिक्शा चालक ने। ये तस्वीरां ने, ये उस दिन दीयां तस्वीरां ने जदों पुलिस नूं चकमा दे के उतों भज्जिया, उसका पिछा किया गया, लेकिन ये रिक्शा चालक रुकिया नहीं। जगह जगह तो किस तरीके दे नाल रिक्शा चला के लंघ रहा सी, ये तस्वीरां असीं दिखा रहे हैं। ते रस्ते 'च जांदे हुए इसने कई सारे वाहनां नूं टक्कर भी मारी सी, पैदल चल रहे लोकां नूं भी टक्कर मारी सी। किवें तेज रिक्शा भजा के ले जा रहा सी ते फिर चकमा दे के पुलिस नूं उत्थों फरार हो जांदा है, रिक्शा सुੱਟ के उत्थों फरार हो जांदा है। उसनूं पुलिस ने काबू कर लिया है। 5 दिनों बाद पुलिस की गिरफ्त 'च आया है। ਸਾਹਮਣੇ ਆ ਰਿਹਾ ਕਿ ਇੱਕ ਬਜ਼ੁਰਗ ਦੇ ਨਾਲ ਲੁੱਟ ਦੀ ਵੀ ਕੋਸ਼ਿਸ਼ ਡੀਏਵੀ ਕਾਲਜ ਤੋਂ ਮੈਂ ਗ੍ਰੈਜੂਏਸ਼ਨ ਕੀਤੀ ਹੈ ਸਰ ਮੇਰੇ ਕੋਲ ਨੌਕਰੀ ਨਾ ਹੋਣ ਕਰਕੇ ਮੈਂ ਈ ਰਿਕਸ਼ਾ ਜ਼ਰੂਰ ਚਲਾਉਣਾ ਵਾ, ਮਿਹਨਤ ਕਰਦਾ, ਆਪਣੀ ਕੋਈ ਗਲਤ ਕੰਮ ਨਹੀਂ ਕਰਦਾ। ਹਾਂ ਮੈਂ ਉਸ ਦਿਨ ਸ਼ਾਮ ਦਾ ਟਾਈਮ ਸੀਗਾ, ਮੇਰੀ ਆਦਤ ਹੈਗੀ ਥੋੜੀ ਜਿਹੀ, ਸਾਲ ਕੁ ਹੋ ਗਿਆ ਮੈਂ ਥੋੜਾ ਜਿਹਾ ਪੈਗ ਲਾ ਲੈਣਾ ਵਾ, ਮੈਂ ਸਿਰਫ ਪੈਗ ਲਾਇਆ ਸੀਗਾ। ਜ਼ਰੂਰ ਮੈਂ ਆਪਣੀ ਸਾਰੀ ਗਲਤੀ ਮੰਨਦਾ, ਬਾਕੀ ਮੈਂ ਕਿਸੇ ਨਾਲ ਕੋਈ ਮਾੜਾ ਨਹੀਂ ਕੀਤਾ। ਉੱਥੋਂ ਮੈਂ ਸਿਰਫ ਮੈਨੂੰ ਨਹੀਂ ਕੁਛ, ਚਲੋ ਮੇਰਾ ਹੋਸ਼ ਨਹੀਂ ਰਿਹਾ, ਕਿਸ ਤਰ੍ਹਾਂ ਮੈਂ ਗਲਤੀ ਨਾਲ ਸਿਰਫ ਉੱਥੇ ਚਲੇ ਗਿਆ, ਮੇਰੇ ਕੋਲ ਜ਼ਰੂਰ ਗਲਤੀ ਹੋ ਗਈ ਹੈ, ਮੈਂ ਕੋਈ ਗਲਤ ਇਨਸਾਨ ਨਹੀਂ ਹੈਗਾ। ਮੇਰੇ ਮੰਮੀ ਵੀ ਆ ਗਏ, ਮੈਂ ਆਪਣੀ ਮਾਂ ਦਾ ਇਕੱਲਾ ਕਿਸਾਨ। ਪਿਤਾ ਮੇਰੇ ਵੀ ਦਿਹਾੜੀ ਦੱਪਾ ਕਰਦੇ ਆ, ਉਹ ਫੈਕਟਰੀ ਦੇ ਵਿੱਚ ਲੱਗੇ ਹੋਏ ਤਾਂ ਸੈਲਰੀ ਦੇ। ਤੁਸੀਂ ਗਲਤੀ ਕੀਤੀ, ਕਿਹੜੇ ਲੋਕਾਂ ਦੀ ਤੁਸੀਂ ਜਾਨ ਨੂੰ ਖਤਰੇ 'ਚ ਪਾਇਆ? ਸਰ ਮੈਂ ਆਪਣੀ ਉਹ ਗਲਤੀ ਮੰਨਦਾ, ਇੱਕ ਮਿੰਟ ਮੈਂ ਸਿਰਫ ਇਸ ਕਰਕੇ ਸਿਰਫ ਆਟੋ ਭਜਾਇਆ ਕਿ ਜਿਸ ਵੇਲੇ ਮੇਰੇ ਮਗਰ ਮੁਲਾਜ਼ਮਾਂ ਨੇ ਮੈਨੂੰ ਆਵਾਜ਼ ਦਿੱਤੀ, ਮੈਂ ਮੁਲਾਜ਼ਮਾਂ ਤੋਂ ਵੀ ਡਰ ਕੇ ਇਸੇ ਕਰਕੇ ਆਟੋ ਭਜਾਇਆ ਕਿ ਮੈਂ ਭੱਜ ਜਾਣਾ। ਸਿਰਫ ਇਹ ਗੱਲ ਹੋਈ ਜਦੋਂ ਉਸ ਟਾਈਮ ਤੇ ਲੋਕੀ ਵੀ ਮੇਰੇ ਵੱਲ ਭੱਜ ਲੱਪੇ ਸਾਰੇ, ਮੈਂ ਡਰਦਾ ਮਾਰਾ ਰੁਕਿਆ ਹੀ ਨਹੀਂ, ਮੈਂ ਇਸ ਕਰਕੇ ਭੱਜ ਗਿਆ ਕਿ ਮੈਂ ਕਿਤੇ ਰੁਕ ਜਾਵਾਂ ਤੇ ਮੈਨੂੰ ਹੋਰ ਨਾ ਮਾਰਨ ਕੁੱਟਣ। ਅੱਜ ਉਹਨੇ ਸਮੇਤ ਆਪਣਾ ਈ ਰਿਕਸ਼ਾ ਤੇ ਦੋਸ਼ੀ ਨੂੰ ਲਿਆ ਕੇ ਸਾਡੇ ਪੇਸ਼ ਕੀਤਾ ਤੇ ਜੋ ਬੰਦੀ ਕਾਨੂੰਨੀ ਕਾਰਵਾਈ ਕਰ ਰਹੇ ਉਹਦੇ ਖਿਲਾਫ। ਸਰ ਇਹ ਨੌਜਵਾਨ ਜਿਹੜਾ ਫੜਿਆ ਗਿਆ, ਇਹਨੇ ਨਸ਼ਾ ਕੀਤਾ ਸੀ? ਆਟੋ ਚਾਲਕ ਹਾਂਜੀ ਹਾਂਜੀ, ਉਸ ਟਾਈਮ ਜ਼ਿਆਦਾ ਨਸ਼ਾ ਕੀਤਾ ਹੈਗਾ ਇਹਨੇ। ਕਿੰਨੇ ਐਕਸੀਡੈਂਟ ਇਹਨੇ ਰਸਤੇ ਵਿੱਚ ਕੀਤੇ ਸੀ, ਜਿਹੜੇ ਰਸਤੇ ਤੋਂ ਕਿਤੇ ਕਿਤੇ ਤੱਕ ਪਹੁੰਚੇ ਸੀ, ਫਿਰ ਉਸ ਤੋਂ ਇਹ ਖਾਲਸਾ ਕਾਲਜ ਤੱਕ ਗਿਆ ਜੀ। ਬਾਕੀ ਸਾਡੇ ਕੋਲ ਕੋਈ ਕੰਪਲੇਂਟ, ਲਿਖਤੀ ਕੰਪਲੇਂਟ ਕਿਸੇ ਦੀ ਵੀ ਨਹੀਂ ਆਈ ਜੀ। ਇਹਦੇ ਖਿਲਾਫ 279 ਤੇ 184 ਮੋਟਰ ਵਹੀਕਲ ਐਕਟ ਦਰਜ ਕਰਕੇ ਅਗਲੀ ਕਦੇ ਆਉਣ ਚ ਲੈਂਦੇ। ਉਧਰ ਫਾਜ਼ਿਲਕਾ ਦੇ ਵਿੱਚ ਫਿਰ ਤੋਂ ਸਰਹੱਦ ਨੇੜਿਓਂ ਨਸ਼ਾ ਬਰਾਮਦ ਹੋਇਆ। ਬੀਐਸਐਫ ਨੇ 3 ਸ਼ੱਕੀ ਪੈਕੇਟ ਬਰਾਮਦ ਕੀਤੇ ਨੇ, ਜਿਨ੍ਹਾਂ ਚੋਂ 2.25 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ ਹੈ। ਹੈਰੋਇਨ ਲਿਫਾਫਿਆਂ ਦੇ ਵਿੱਚ ਲਪੇਟੀ ਹੋਈ ਸੀ ਤੇ ਬੀਐਸਐਫ ਨੇ ਇਲਾਕੇ ਦੇ ਵਿੱਚ ਅਜੇ ਵੀ ਸਰਚ ਆਪਰੇਸ਼ਨ ਚਲਾਇਆ ਹੋਇਆ। 2.25 ਕਿਲੋ ਹੈਰੋਇਨ ਬਰਾਮਦ ਹੋਈ ਹੈ। ਉਹ ਪੈਕੇਟ ਨੇ ਜਿਨ੍ਹਾਂ ਦੇ ਵਿੱਚ ਹੈਰੋਇਨ ਲਪੇਟੀ ਹੋਈ ਸੀ। 3 ਸ਼ੱਕੀ ਪੈਕੇਟ ਬਰਾਮਦ ਹੋਏ ਨੇ, ਜਿਨ੍ਹਾਂ 'ਚ 2.25 ਕਿਲੋ ਦੇ ਕਰੀਬ ਹੈਰੋਇਨ ਮਿਲੀ ਹੈ। ਫਾਜ਼ਿਲਕਾ ਦੇ ਵਿੱਚ ਸਰਹੱਦ ਨੇੜਿਓਂ ਨਸ਼ਾ ਬਰਾਮਦ ਕੀਤਾ ਗਿਆ ਹੈ। ਬੀਐਸਐਫ ਨੂੰ ਇੱਕ ਸਫਲਤਾ ਫਿਰ ਤੋਂ ਮਿਲੀ ਹੈ। ਫਾਜ਼ਿਲਕਾ ਇਲਾਕੇ ਦੇ ਵਿੱਚ ਸਰਹੱਦ ਪਾਰੋਂ ਲਗਾਤਾਰ ਨਸ਼ਾ ਸਪਲਾਈ ਕਰਨ ਦੀਆਂ ਖਬਰਾਂ ਆ ਰਹੀਆਂ ਨੇ। ਬੀਐਸਐਫ ਨੇ ਇਸ ਤੋਂ ਪਹਿਲਾਂ ਵੀ ਵੱਡੀਆਂ ਬਰਾਮਦਗੀਆਂ ਕੀਤੀਆਂ ਨੇ ਤੇ ਹੁਣ ਫਿਰ 3 ਸ਼ੱਕੀ ਪੈਕੇਟ ਮਿਲੇ ਨੇ, ਜਿਨ੍ਹਾਂ ਤੋਂ 2.25 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ ਹੈ। उधर नवा शहर तो हैरानीजनक मामला सामने आया, जिथे डाक पार्सल दे राही नशा तस्करी की जा रही सी। इटली ते कैनेडा दे विच अफीम दी डिलीवरी की जा रही सी। पोस्ट ऑफिस दे कर्मचारी बरजिंदर सिंह नूं गिरफ्तार किया गया है। पिंड कामा दे डाकघर तो नशा पार्सल किया गया सी। 450 ग्राम इटली ते 450 ग्राम अफीम कैनेडा दे लई पार्सल की गई सी। हालांकि जिसने ये अफीम भेजी सी, जिसने डाक राही नशा भेजिया सी, भुपिंदर सिंह, वो अजे भी गिरफ्त तो बाहर है। सूचना मिली पुलिस नूं तां एयरपोर्ट ते ही पार्सल रुकवा लिया गया ते पोस्ट ऑफिस के कर्मचारी नूं गिरफ्तार कर लिया गया है। नवां शहर का यह पूरा मामला है, जिथे डाक पार्सल दे राही नशा तस्करी की जा रही सी। कैनेडा ते इटली दे विच अफीम भेजी जा रही सी, पार्सल दे जरिए अफीम भेजी जा रही सी। पुलिस ने प्रॉम्प्टली एक्शन करते हुए इस मैटर दे विच एक इत्थे डाकखाने का कर्मचारी हैगा बरजिंदर कुमार सन ऑफ हरमेश लाल, ये लधाना ऊंचा का रहने वाला हैगा। इसनों सदर नवांशहर पुलिस ने अरेस्ट किया तो इसने मन्निया कि एक भुपिंदर सिंह उर्फ भूरी हैगा बैंसा पिंड का, उहदे कहण ते इसने 31 तारीख ਨੂੰ 2 पार्सल राही अप्रोक्सीमेट 450 ग्राम उन्हां दा वेट सी। एक पार्सल इटली और एक पार्सल कनाडा दे विच पार्सल किया, जिहदे विच ओपीएम इसने भेजी हैगी। उस दे एवज दे विच इसनों 60,000 रुपए इसके बैंक खाते दे विच भुपिंदर सिंह ने ट्रांसफर करवाया फॉरन तो। पार्सल असी आईजीआई एयरपोर्ट नवी दिल्ली विखे कस्टम विभाग दे विच
ਉਹਨਾਂ ਨੂੰ ਰੁਕਵਾਉਣ ਦੇ ਵਿੱਚ ਸਫਲ ਹੋਏ।